ਕਈ ਵਾਰ ਜਦੋਂ ਆਪਾਂ ਘਰ ਨੂੰ ਸੈਲ ਕਰਦੇ ਹਾਂ ਅਤੇ ਉਹ ਮੌਰਗੇਜ ਪੇ ਆਊਟ ਸਟੇਟਮੈਂਟ ਮੰਗਾਈ ਦੀ ਹੈ ਤਾਂ ਉਹਦੇ 'ਤੇ ਪੈਨਲਟੀਜ਼ ਆਰ ਦੇਅਰ ਹੈਵੀ ਪੈਨਲਟੀਜ਼ ਮੇ ਗੋ ਅਪ ਟੂ $15,000 to $20,000 ਜਿਹੜੀਆਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਪਹਿਲਾਂ। ਹਾਂਜੀ, ਬਹੁਤ ਲੋਕ ਉਸ ਚੀਜ਼ ਨੂੰ ਇਗਨੋਰ ਕਰਦੇ ਆ। ਉਹ ਕਹਿੰਦੇ ਕਿ ਆਹ ਚੀਜ਼ ਨੂੰ ਅਸੀਂ ਕੈਲਕੂਲੇਟ ਹੀ ਨਹੀਂ ਕੀਤਾ। ਓਕੇ, ਉਹ ਜਿੰਨਾ ਘਰ ਦਾ ਸੇਲ ਪ੍ਰਾਈਸ ਆ ਉਹਦੇ 'ਚ ਕਮਿਸ਼ਨ ਨੂੰ ਐਡਜਸਟ ਕਰਕੇ ਮੌਰਗੇਜ ਦੀ ਜੋ ਪ੍ਰਿੰਸੀਪਲ ਅਮਾਊਂਟ ਪੈਂਡਿੰਗ ਹੈ ਉਹਨੂੰ ਐਡਜਸਟ ਕਰਕੇ ਦੇ ਕੈਲਕੂਲੇਟ ਦਾ ਨੰਬਰ ਕਿ ਇੰਨਾ ਜੀ ਸਾਡੇ ਕੋਲ ਸੇਵ ਹੋਣਾ। ਬਟ ਉਹਨਾਂ ਨੂੰ ਇਹ ਨਹੀਂ ਧਿਆਨ 'ਚ ਰਹਿੰਦਾ ਕਿ ਉਹਦੇ 'ਤੇ ਪੈਨਲਟੀਜ਼ ਬਹੁਤ ਪੈਂਦੀਆਂ। ਐਗਰੀਮੈਂਟ 'ਚ ਇੱਕ ਕਲੌਜ਼ ਹੁੰਦਾ ਕਿ ਦ ਸੈਲਰ ਵਿਲ ਨਾਟ ਬੀ ਨਾਨ ਰੈਜ਼ੀਡੈਂਟ ਐਟ ਦ ਟਾਈਮ ਆਫ ਕਲੋਜ਼ਿੰਗ। ਜੀ, ਜੇ ਉਹ ਕਲੋਜ਼ਿੰਗ ਵਾਲੇ ਦਿਨ ਉਹ ਹੈ ਨਹੀਂ ਕੰਟਰੀ ਦੇ ਵਿੱਚ ਅਤੇ ਉਹ ਪਰਮਾਨੈਂਟਲੀ ਮੂਵ ਆਊਟ ਕਰ ਗਏ ਜੀ, ਉਹ ਨਾਨ ਰੈਜ਼ੀਡੈਂਟ ਕੰਸੀਡਰ ਹੋਣਗੇ। ਜੀ ਦੋਸਤੋ, ਈਵਨਿੰਗ ਸ਼ੋਅ ਦੇ ਵਿੱਚ ਅਸੀਂ ਹਮੇਸ਼ਾ ਤੁਹਾਡੇ ਲਈ ਇੱਕ ਖਾਸ ਵਿਸ਼ਾ ਕੋਈ ਨਾ ਕੋਈ ਚੁਣ ਕੇ ਲੈ ਕੇ ਆਉਂਦੇ ਹਾਂ, ਜਿਸ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੁੰਦੀ ਹੈ, ਜਿਸ ਦੇ ਉੱਤੇ ਆਪਾਂ ਡਿਸਕਸ ਕਰਨਾ ਹੁੰਦਾ ਵੇਰੀਅਸ ਆਸਪੈਕਟਸ ਤੋਂ। ਰੀਅਲ ਅਸਟੇਟ ਆਪਣੇ ਆਪ ਦੇ ਵਿੱਚ ਇੱਕ ਬਹੁਤ ਲੰਬਾ ਚੌੜਾ ਵਿਸ਼ਾਲ ਵਿਸ਼ਾ ਹੈ, ਜਿਸ ਦੇ ਬਾਰੇ ਦੇ ਵਿੱਚ ਹਰ ਕੋਈ ਐਕਸਪਰਟ ਤਾਂ ਨਹੀਂ ਹੋ ਸਕਦਾ, ਲੇਕਿਨ ਹਾਂ ਹਰ ਕਿਸੇ ਦਾ ਇਸ ਚੀਜ਼ ਨਾਲ ਵਾਹ ਵਾਸਤਾ ਜ਼ਰੂਰ ਪੈਂਦਾ। ਜਦੋਂ ਵੀ ਰੀਅਲ ਅਸਟੇਟ ਦੀ ਗੱਲ ਹੁੰਦੀ ਆ, ਬਹੁਤ ਵਾਰ ਆਪਾਂ ਇਹ ਦੇਖਿਆ ਕਿ ਜਿਹੜੀ ਗੱਲ ਹੁੰਦੀ ਆ ਉਹ ਹਮੇਸ਼ਾ ਬਾਇਰ ਪਰਸਪੈਕਟਿਵ ਤੋਂ ਹੁੰਦੀ ਹੈ। ਘਰ ਖਰੀਦਣ ਵੇਲੇ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕਿਵੇਂ ਸਾਨੂੰ ਇੱਕ ਚੰਗੀ ਡੀਲ ਮਿਲ ਸਕਦੀ ਹੈ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਕਿ ਅਸੀਂ ਕਿਵੇਂ ਕਿਸੇ ਘਰ ਖਰੀਦਣ ਸਮੇਂ ਕਿਵੇਂ ਕਿਸੇ ਤਰ੍ਹਾਂ ਦੇ ਰੌਲੇ ਰੱਪੇ ਤੋਂ, ਕਿਸੇ ਤਰ੍ਹਾਂ ਦੇ ਵਿਵਾਦ ਤੋਂ ਅਸੀਂ ਬਚ ਸਕਦੇ ਹਾਂ। ਪਰ ਅੱਜ ਅਸੀਂ ਜਿਹੜੀ ਗੱਲਬਾਤ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ, ਇਹ ਗੱਲਬਾਤ ਸੈਲਰ ਪੁਆਇੰਟ ਆਫ ਵਿਊ ਤੋਂ ਹੈ। ਜੀ ਹਾਂ, ਘਰ ਵੇਚਣ ਵਾਲੀ ਵੀ ਓਡੀ ਹੀ ਇੰਪੋਰਟੈਂਟ ਧਿਰ ਹੁੰਦੀ ਹੈ, ਇਹ ਤੁਸੀਂ ਬਿਲਕੁਲ ਮੇਰੇ ਨਾਲ ਸਹਿਮਤ ਹੋਵੋਗੇ। ਅਤੇ ਕਿਸੇ ਵੀ ਸੌਦੇ ਨੂੰ ਸਿਰੇ ਤੱਕ, ਅਖੀਰ ਤੱਕ ਸਕਸੈਸਫੁਲੀ, ਸਮੂਥਲੀ ਸਿਰੇ ਚਾੜ੍ਹਨਾ, ਉਹਦੇ ਵਿੱਚ ਦੋਨੇ ਧਿਰਾਂ ਦਾ, ਜਾਂ ਕਹਿ ਲਓ ਜਿੰਨੀਆਂ ਵੀ ਧਿਰਾਂ ਸ਼ਾਮਲ ਆ, ਉਹਨਾਂ ਦਾ ਸਭ ਦਾ ਬਰਾਬਰ ਦਾ ਰੋਲ ਹੁੰਦਾ। ਐਜ਼ ਏ ਸੈਲਰ, ਜਦੋਂ ਤੁਸੀਂ ਕਿਸੇ ਪ੍ਰੋਪਰਟੀ ਨੂੰ, ਰੈਜ਼ੀਡੈਂਸ਼ੀਅਲ ਪ੍ਰੋਪਰਟੀ ਨੂੰ ਸੇਲ ਕਰਨਾ, ਕਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਉੱਤੇ ਤੁਹਾਨੂੰ ਫੋਕਸ ਕਰਨਾ ਚਾਹੀਦਾ, ਕਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਉੱਤੇ ਤੁਹਾਨੂੰ ਧਿਆਨ ਦੇਣਾ ਚਾਹੀਦਾ, ਅਤੇ ਕਿਹੜੇ ਉਹ ਪੁਆਇੰਟਰ ਨੇ ਜਿਹੜੇ ਅਸੀਂ ਅਕਸਰ ਛੱਡ ਜਾਂਦੇ ਹਾਂ, ਇਹਦੇ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ ਅਸੀਂ ਆਪਣੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਸੋਨੀਆ ਕੰਡਾ ਜੀ ਨੂੰ, ਜੋ ਕਿ ਬੈਰਿਸਟਰ ਨੇ, ਸੋਲੀਸੀਟਰ ਨੇ ਅਤੇ ਐਕਸਪਰਟ ਨੇ ਜੀ ਰੀਅਲ ਅਸਟੇਟ ਲਾਜ਼ ਦੇ ਬਾਰੇ ਦੇ ਵਿੱਚ, ਅਤੇ ਇਸ ਫੀਲਡ ਦੇ ਵਿੱਚ ਅਕਸਰ ਕੰਮ ਕਰਦੇ ਆ। ਆਓ ਪਹਿਲਾਂ ਤਾਂ ਆਪਾਂ ਉਹਨਾਂ ਨੂੰ ਸ਼ੋਅ ਦੇ ਵਿੱਚ ਸ਼ਾਮਲ ਕਰੀਏ। ਜੀ ਸੋਨੀਆ ਜੀ, ਸਵਾਗਤ ਤੁਹਾਡਾ ਈਵਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਜਤਿੰਦਰ ਜੀ, ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ ਇਨ ਦ ਸ਼ੋਅ। ਐਜ਼ ਯੂ ਰਾਈਟਲੀ ਸੈਡ ਕਿ ਆਪਾਂ ਬਹੁਤ ਸਾਰੀਆਂ ਚੀਜ਼ਾਂ ਧਿਆਨ 'ਚ ਦਿੰਦੇ ਹਾਂ ਜਦੋਂ ਘਰ ਪਰਚੇਜ਼ ਕਰਨਾ ਹੁੰਦਾ, ਪਰ ਸੇਲ ਟਾਈਮ 'ਤੇ ਆਪਾਂ ਬਹੁਤ ਚੀਜ਼ਾਂ ਨੂੰ ਇਗਨੋਰ ਕਰ ਜਾਂਦੇ ਹਾਂ ਜਿਹੜੀਆਂ ਇੰਪੋਰਟੈਂਟ ਹੁੰਦੀਆਂ ਜੀ। ਤਾਂ ਆਪਾਂ ਅੱਜ ਉਹਦੇ 'ਤੇ ਡਿਸਕਸ਼ਨ ਕਰਦੇ ਹਾਂ। ਐਂਡ ਸੋ ਇਹਦੇ ਵਿੱਚ ਜਿਹੜਾ ਹੈ, ਜਦੋਂ ਆਪਾਂ ਗੱਲ ਕਰਦੇ ਹਾਂ, ਤੁਸੀਂ ਤਾਂ ਹੁਣ ਇਸ ਫੀਲਡ 'ਚ ਕੰਮ ਕਰਦੇ ਹੋ, ਹਰ ਰੋਜ਼ ਤੁਹਾਡੇ ਕੋਲ ਨਵੇਂ ਕੇਸ ਆਉਂਦੇ ਆ, ਲੋਕ ਫਿਰ ਬਾਅਦ ਦੇ ਵਿੱਚ ਅਦਾਲਤਾਂ ਦੇ ਗੇੜੇ ਕੱਢੀ ਜਾਂਦੇ ਆ, ਜਾਂ ਉਸ ਤੋਂ ਬਾਅਦ ਫਿਰ ਜਿਹਨੂੰ ਕਹੋ ਘਰ ਵੇਚ ਕੇ ਵੀ ਉਹਨਾਂ ਦਾ ਖਹਿੜਾ ਨਹੀਂ ਛੁੱਟਦਾ ਫਿਰ ਉਹਦੇ ਨਾਲੋਂ। ਹਾਂਜੀ। ਸੋ ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਤੋਂ, ਪਹਿਲੇ ਸਟੈਪ ਤੋਂ ਗੱਲ ਕਰਦੇ ਹਾਂ। ਹਰ ਘਰ ਜਿਹੜਾ ਹੈਗਾ, ਮੋਸਟਲੀ ਜ਼ਿਆਦਾਤਰ ਜਿਹੜੇ ਘਰ ਆ, ਕਿਸੇ ਨਾ ਕਿਸੇ ਦੇ ਕੋਈ ਮੌਰਟਗੇਜ ਹੁੰਦੀ ਹੈ, ਕਿਸੇ ਤਰ੍ਹਾਂ ਦਾ ਕੋਈ ਲੋਨ ਲਿਆ ਹੁੰਦਾ ਹੈ। ਹਾਂਜੀ। ਸੋ ਜੇ ਆਪਾਂ ਸ਼ੁਰੂਆਤ ਕਰੀਏ, ਦੇਖੋ ਇੱਕ ਤਾਂ ਸ਼ੁਰੂਆਤ ਹੋ ਗਈ ਵੀ ਸਾਨੂੰ ਇੱਕ ਰੀਅਲਟਰ ਚਾਹੀਦਾ ਜੀ, ਅਸੀਂ ਉਹਦੇ ਤੋਂ ਗੱਲਬਾਤ ਕਰਨੀ ਹੈ, ਸੌਦਾ ਕਰਨਾ, ਲਿਸਟਿੰਗ ਕਰਨੀ ਹੈ, ਉਦੋਂ ਬਾਅਦ ਸਾਨੂੰ ਬਾਇਰ ਚਾਹੀਦਾ। ਲੇਕਿਨ ਇਸ ਤੋਂ ਇਲਾਵਾ ਬਿਟਵੀਨ ਦਾ ਲਾਈਨਸ ਜੇ ਆਪਾਂ ਗੱਲ ਕਰੀਏ, ਪਹਿਲਾ ਸਟੈਪ ਕਿਹੜਾ ਹੈ ਜੀ ਜਿਹਦੇ 'ਤੇ ਧਿਆਨ ਦੇਣ ਦੀ ਲੋੜ ਹੈ? ਜੀ ਆਪਾਂ ਜਿਹੜੀ ਅੱਜ ਡਿਸਕਸ਼ਨ ਕਰ ਰਹੇ ਹਾਂ, ਇੱਕ ਤਾਂ ਉਹ ਸਾਰੀ ਲੀਗਲ ਡਿਸਕਸ਼ਨ ਹੈ, ਨਾਟ ਅ ਲੀਗਲ ਐਡਵਾਈਸ ਜੀ। ਐਂਡ ਟੂ ਬਿਗਿਨ ਕਿ ਜਦੋਂ ਆਪਾਂ ਘਰ ਨੂੰ ਸੈਲ ਕਰਨ ਵਾਸਤੇ ਕੋਈ ਸਟੈਪ ਪਹਿਲਾਂ ਦੇਖਣਾ ਹੈ, ਤਾਂ ਮੈਨੂੰ ਲੱਗਦਾ ਜਿਹੜੇ ਲੋਕਾਂ ਨੇ ਮੌਰਗੇਜ ਲਿੱਤੀ ਹੋਈ ਆ, ਪਹਿਲਾਂ ਉਹਦੇ ਐਗਰੀਮੈਂਟ ਨੂੰ ਚੈੱਕ ਕਰੋ। ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਘਰ ਨੂੰ ਸੈਲ ਕਰਨਾ, ਉਹਦੇ 'ਤੇ ਜਿਹੜੀ ਮੌਰਗੇਜ ਦੀ ਟਰਮ ਹੈ ਉਹਨੂੰ ਐਨਾਲਾਈਜ਼ ਕਰੋ, ਕਦੋਂ ਐਕਸਪਾਇਰ ਹੋਣੀ ਆ, ਉਹਦੀ ਕਮਿਟਮੈਂਟ ਐਗਰੀਮੈਂਟ ਹੈ, ਜਾਂ ਜੋ ਕਮਿਟਮੈਂਟ ਲੈਟਰ ਤੁਸੀਂ ਜਿਸ ਟਾਈਮ 'ਤੇ ਮੌਰਗੇਜ ਲਿੱਤੀ ਸੀ ਜਾਂ ਘਰ ਨੂੰ ਬਾਏ ਕੀਤਾ ਸੀ, ਤਾਂ ਉਹਦੇ 'ਤੇ ਪ੍ਰੀ ਪੇਮੈਂਟ ਪੈਨਲਟੀ ਦੇ ਕੀ ਕਲੌਜ਼ਸ ਹੈ। ਓਕੇ, ਦਿਸ ਇਜ਼ ਵਨ ਇੰਪੋਰਟੈਂਟ ਥਿੰਗ, ਬਿਕੋਜ਼ ਕਈ ਵਾਰ ਜਦੋਂ ਆਪਾਂ ਘਰ ਨੂੰ ਸੈਲ ਕਰਦੇ ਹਾਂ ਅਤੇ ਉਹ ਮੌਰਗੇਜ ਪੇ ਆਊਟ ਸਟੇਟਮੈਂਟ ਮੰਗਾਈ ਦੀ ਹੈ, ਤਾਂ ਉਹਦੇ 'ਤੇ ਪੈਨਲਟੀਜ਼ ਆਰ ਦੇਅਰ ਹੈਵੀ ਪੈਨਲਟੀਜ਼ ਮੇ ਗੋ ਅਪ ਟੂ $15,000 to $20,000, ਜਿਹੜੀਆਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਪਹਿਲਾਂ। ਹਾਂਜੀ, ਬਹੁਤ ਲੋਕ ਉਸ ਚੀਜ਼ ਨੂੰ ਇਗਨੋਰ ਕਰਦੇ ਆ। ਉਹ ਕਹਿੰਦੇ ਕਿ ਆਹ ਚੀਜ਼ ਨੂੰ ਅਸੀਂ ਕੈਲਕੂਲੇਟ ਹੀ ਨਹੀਂ ਕੀਤਾ। ਓਕੇ, ਅਤੇ ਉਹ ਜਿੰਨਾ ਘਰ ਦਾ ਸੇਲ ਪ੍ਰਾਈਸ ਆ ਉਹਦੇ 'ਚ ਕਮਿਸ਼ਨ ਨੂੰ ਐਡਜਸਟ ਕਰਕੇ ਮੌਰਗੇਜ ਦੀ ਜੋ ਪ੍ਰਿੰਸੀਪਲ ਅਮਾਊਂਟ ਪੈਂਡਿੰਗ ਹੈ ਉਹਨੂੰ ਐਡਜਸਟ ਕਰਕੇ ਦੇ ਕੈਲਕੂਲੇਟ ਦਾ ਨੰਬਰ ਕਿ ਇੰਨਾ ਜੀ ਸਾਡੇ ਕੋਲ ਸੇਵ ਹੋਣਾ। ਬਟ ਉਹਨਾਂ ਨੂੰ ਇਹ ਨਹੀਂ ਧਿਆਨ 'ਚ ਰਹਿੰਦਾ ਕਿ ਉਹਦੇ 'ਤੇ ਪੈਨਲਟੀਜ਼ ਬਹੁਤ ਪੈਂਦੀਆਂ। ਓਕੇ, ਲਾਇਰ ਫੀਸ ਡੈਫੀਨੇਟਲੀ ਹੁੰਦੀ ਆ, ਰੀਅਲਟਰ ਫੀਸ ਹੁੰਦੀਆਂ, ਜਾਂ ਹੋਰ ਐਕਸਟਰਾ ਖਰਚੇ ਹੁੰਦੇ ਆ, ਬਟ ਪ੍ਰੀ-ਪੇਮੈਂਟ ਪੈਨਲਟੀ ਇਜ਼ ਵਨ ਇੰਪੋਰਟੈਂਟ ਫੈਕਟਰ ਐਵਰੀਵਨ ਸ਼ੁੱਡ ਕੈਲਕੂਲੇਟ ਬਿਫੋਰ ਸੈਲਿੰਗ ਦੇਅਰ ਹਾਊਸ। ਸੋ ਜੇ ਮੌਰਟਗੇਜ ਤੁਸੀਂ ਲਈ ਹੋਈ ਆ, ਤੁਹਾਡੇ 'ਤੇ ਕਿਸੇ ਤਰ੍ਹਾਂ ਦਾ ਲੋਨ ਹੈ, ਤਾਂ ਉਹ ਲੋਨ ਦੇ ਪ੍ਰੀ ਕਲੋਜ਼ਰ ਚਾਰਜਿਸ ਹੁੰਦੇ ਆ, ਪੈਨਲਟੀਜ਼ ਹੁੰਦੀਆਂ, ਜਿਹੜੀਆਂ ਸਾਡੇ ਧਿਆਨ 'ਚ ਵੀ ਨਹੀਂ ਹੁੰਦੀਆਂ। ਹਾਂਜੀ ਜੀ। ਜੀ ਅੱਗੇ ਇਸ ਤੋਂ ਅੱਗੇ ਜੀ ਨੈਕਸਟ। ਉਸ ਤੋਂ ਇਲਾਵਾ ਜੀ ਹੋਰ ਹੁੰਦਾ ਜਿੱਦਾਂ ਯੂਜ਼ ਆਫ ਪ੍ਰੋਪਰਟੀ ਕੀ ਆ,
ਘਰ ਨੂੰ ਤੁਸੀਂ ਰੈਂਟਲ ਯੂਜ਼ ਕਰ ਰਹੇ ਹੋ ਜਾਂ ਆਪਣੇ ਰਹਿਣ ਵਾਸਤੇ ਯੂਜ਼ ਕਰਦੇ ਪਏ। ਜੇ ਰੈਂਟਲ ਆ ਤਾਂ ਉਹਦੇ 'ਤੇ ਤੁਸੀਂ ਆਪਣੇ ਟੀਨੈਂਟ ਨੂੰ ਨੋਟਿਸ ਦਿਓ ਟਾਈਮ 'ਤੇ। 60 ਡੇਜ਼ ਦਾ ਨੋਟਿਸ ਆ ਜਨਰਲੀ, ਨਾਲ ਇੱਕ 1 ਮੰਥ ਰੈਂਟ ਦਾ ਉਹਨਾਂ ਨੂੰ ਦੇਣਾ ਪੈਂਦਾ ਕੰਪਨਸੇਸ਼ਨ। ਜਿਹੜਾ ਨੋਟਿਸ ਹੈ ਜੀ, ਮਾਫ ਕਰਨਾ ਮੈਂ ਵਿਚਾਲੇ ਰੋਕ ਰਿਹਾ, ਇਹ ਨੋਟਿਸ ਐਵਿਕਸ਼ਨ ਨੋਟਿਸ ਹੁੰਦਾ ਹੈ ਜਾਂ ਸਿਰਫ ਇਹ ਦੱਸਣਾ ਹੁੰਦਾ ਕਿ ਅਸੀਂ ਘਰ ਵੇਚ ਰਹੇ ਹਾਂ? ਐਵਿਕਸ਼ਨ ਲਈ ਹੀ ਨੋਟਿਸ ਦਿੰਦਾ ਕਿ ਅਸੀਂ ਘਰ ਵੇਚਣਾ ਤਾਂ ਇਹਨੂੰ ਐਵਿਕਟ ਕਰ ਦਿਓ ਟਾਈਮ 'ਤੇ। ਓਕੇ, ਹਾਂਜੀ। ਅਤੇ ਉਹਦੇ ਵਿੱਚ ਨਾਲ ਇੱਕ ਕੰਪਨਸੇਸ਼ਨ ਵੀ ਹੁੰਦੀ ਆ ਜੋ ਉਹਨੂੰ ਟੀਨੈਂਟ ਨੂੰ ਦੇਣੀ ਪੈਂਦੀ ਆ। ਠੀਕ ਹੈ। ਸੋ ਇਟਸ ਬੈਟਰ ਕਿ ਉਹ ਦੇ ਕੇ ਤੁਸੀਂ ਟਾਈਮ 'ਤੇ ਆਪਣੇ ਘਰ ਨੂੰ ਫ੍ਰੀ ਕਰਾ ਲਓ ਤਾਂ ਕਿ ਕਲੋਜ਼ਿੰਗ ਦੇ ਟਾਈਮ 'ਤੇ ਕੋਈ ਪ੍ਰੋਬਲਮ ਨਾ ਆਵੇ ਜੀ। ਦੈਨ ਜੇ ਤੁਸੀਂ ਆਪ ਆਕੂਪਾਈ ਕੀਤਾ ਹੋਇਆ, ਉਹਦੇ ਵਿੱਚ ਰੈਜ਼ੀਡੈਂਸ਼ੀਅਲ ਰਿਕੁਆਇਰਮੈਂਟਸ ਹੈਗੀਆਂ ਕਿ ਤੁਸੀਂ ਕੈਨੇਡਾ ਦੇ ਵਿੱਚ ਕਿੰਨਾ ਟਾਈਮ ਰਹੇ ਹੋ। ਕੋਵਿਡ ਦੇ ਕਰਕੇ ਬਹੁਤ ਸਾਰੇ ਚੇਂਜਸ ਆਏ ਆ ਲਾਜ਼ ਦੇ ਵਿੱਚ, ਅਤੇ ਕਈ ਲੋਕ ਆਊਟ ਆਫ ਦ ਪ੍ਰੋਵਿੰਸ ਮੂਵ ਕਰ ਗਏ, ਕਈ ਆਊਟ ਆਫ ਦ ਕੰਟਰੀ ਮੂਵ ਕਰ ਗਏ। ਤਾਂ ਉਹ ਅਗਰ ਆਊਟ ਆਫ ਦ ਕੰਟਰੀ ਮੂਵ ਕਰ ਦਿਓ, ਟੈਕਸ ਇੰਪਲੀਕੇਸ਼ਨਸ ਆਉਂਦੀਆਂ। ਯੂ ਕੈਨ ਬੀ ਸਿਟੀਜ਼ਨ ਆਫ ਕੈਨੇਡਾ ਬਟ ਯੂ ਸਟਿਲ ਕੈਨ ਬੀ ਨਾਨ ਰੈਜ਼ੀਡੈਂਟ। ਓਕੇ। ਇਟ ਇਜ਼ ਲਾਈਕ ਇਨਕਮ ਟੈਕਸ ਤੁਸੀਂ ਕਿੱਥੇ ਪੇ ਕਰ ਰਹੇ ਹੋ, ਤੁਸੀਂ ਕਿੱਥੇ ਆਪਣਾ ਮੈਕਸੀਮਮ ਟਾਈਮ ਸਪੈਂਡ ਕੀਤਾ, ਹੋਮ ਟਾਈਜ਼ ਕਿੰਨੇ ਕੁ ਤੁਹਾਡੇ ਕੈਨੇਡਾ ਨਾਲ। ਸੋ ਉਹਨਾਂ ਚੀਜ਼ਾਂ ਨੂੰ ਹਮੇਸ਼ਾ ਧਿਆਨ 'ਚ ਰੱਖੋ ਕਿ ਤੁਹਾਡਾ ਜਿਹੜਾ ਟਾਈਮ ਪੀਰੀਅਡ ਆ ਪਿਛਲੇ 12 ਮਹੀਨਿਆਂ ਦੇ ਵਿੱਚ 183 ਦਿਨ ਤੁਸੀਂ ਕੈਨੇਡਾ 'ਚ ਹੈਗੇ ਹੋ। ਓਕੇ। ITA ਦੇ ਅੰਡਰ, ਇਨਕਮ ਟੈਕਸ ਐਕਟ ਦੇ ਅੰਡਰ ਤੁਹਾਡੀਆਂ ਰਿਕੁਆਇਰਮੈਂਟਸ ਕੰਪਲੀਟ ਹੋ ਰਹੀਆਂ। ਅਗਰ ਇਹ ਨਹੀਂ ਹੁੰਦੀਆਂ ਤਾਂ CRA ਵੱਲੋਂ ਇੱਕ ਟੈਕਸ ਕਲੀਅਰੈਂਸ ਸਰਟੀਫਿਕੇਟ ਲੈਣਾ ਪੈਂਦਾ। ਓਕੇ। ਔਰ ਉਹ ਟੈਕਸ ਕਲੀਅਰੈਂਸ ਸਰਟੀਫਿਕੇਟ ਅਗਰ ਟਾਈਮ 'ਤੇ ਨਹੀਂ ਲਿੱਤਾ ਤਾਂ ਸੇਲ ਦੇ ਟਾਈਮ 'ਤੇ ਤੁਹਾਨੂੰ ਤੁਹਾਡੇ ਘਰ ਦਾ ਜਿਹੜਾ ਸੇਲ ਪ੍ਰਾਈਸ ਹੈ ਉਹਦਾ 25% ਲੋਅਰ ਕੋਲੇ ਹੋਲਡ ਕਰਨਾ ਪੈਂਦਾ ਫॉर ਰੈਜ਼ੀਡੈਂਸ਼ੀਅਲ ਪ੍ਰਾਇਮਰੀ ਰੈਜ਼ੀਡੈਂਸੀ ਹੋਮ ਜੀ। ਔਰ ਜੇ ਉਹਦੇ ਵਿੱਚ ਹੋਰ ਡੀਟੇਲਸ ਟੈਕਨੀਕੈਲਿਟੀਜ਼ ਬਹੁਤ ਹੈ ਕਿ ਕਿਵੇਂ ਹੋਲਡ ਕਰਨਾ, ਉਹਦੀਆਂ ਲੀਗਲ ਅੰਡਰਟੇਕਿੰਗਸ ਐਂਡ ਰਿਕੁਆਇਰਮੈਂਟਸ ਬਹੁਤ ਸਾਰੀਆਂ ਜੀ। ਸੋ ਬੈਟਰ ਕਿ ਤੁਸੀਂ ਆਪਣਾ ਰੈਜ਼ੀਡੈਂਸੀ ਰਿਕੁਆਇਰਮੈਂਟਸ ਨੂੰ ਚੈੱਕ ਕਰੋ। ਇਹ ਨਾ ਸੋਚੋ ਕਿ ਤੁਸੀਂ ਜੇ ਘਰ ਇੱਕ ਵਾਰੀ ਸੈਲ ਕਰਤਾ, ਐਗਰੀਮੈਂਟ ਹੋ ਗਿਆ ਅਤੇ ਜੀ ਤੁਸੀਂ ਹੁਣ ਆਊਟ ਆਫ ਦ ਕੰਟਰੀ ਮੂਵ ਕਰ ਜਾਓ। ਬਹੁਤ ਸਾਰੇ ਲੋਕ ਅੱਜ ਕੱਲ੍ਹ ਮੈਂ ਦੇਖ ਰਹੀ ਹਾਂ ਕਿ US ਮੂਵ ਕਰ ਰਿਹਾ, ਕੋਈ ਆਸਟ੍ਰੇਲੀਆ ਜਾ ਰਿਹਾ। ਵੇਅਰ ਐਵਰ ਯੂ ਆਰ ਗੋਇੰਗ, ਮੇਕ ਸ਼ੋਰ ਕਿ ਤੁਸੀਂ ਆਪਣੀ ਟ੍ਰਾਂਜੈਕਸ਼ਨ ਨੂੰ ਕੰਪਲੀਟ ਕਰਕੇ ਜਾਓ ਜੀ। ਇਹਦੇ 'ਤੇ ਆਪਾਂ ਅੱਗੇ ਜਾ ਕੇ ਹੋਰ ਵੀ ਹਜੇ ਡਿਸਕਸ ਕਰਾਂਗੇ। ਆਪਾਂ ਮੌਰਟਗੇਜ ਵਾਲੇ ਪੁਆਇੰਟ 'ਤੇ ਜਿਵੇਂ ਸੀਗੇ ਕਿ ਮੌਰਟਗੇਜ ਵਾਲੇ ਕੇਸ ਦੇ ਵਿੱਚ ਇੱਕ ਪ੍ਰੀ ਕਲੋਜ਼ਰ ਚਾਰਜਿਸ ਵਗੈਰਾ ਇਹੋ ਜਿਹਾ ਕੁਛ ਉਹਨਾਂ ਨੂੰ ਪਹਿਲਾਂ ਸਾਰਾ ਦੇਖਣਾ ਚਾਹੀਦਾ। ਹਾਂਜੀ। ਜਿਹੜਾ ਘਰ ਪੇਡ ਅਪ ਹੁੰਦਾ ਉਹਦੇ ਵਿੱਚ ਕੰਪਲੈਕਸਿਟੀ ਫਿਰ ਘੱਟ ਹੁੰਦੀ ਹੈ ਕੁਝ ਥੋੜੀ ਬਹੁਤੀ, ਉਹਨਾਂ ਦੀ ਰਿਕੁਆਇਰਮੈਂਟ ਘੱਟ ਜਾਂਦੀ ਹੈ। ਪ੍ਰੀ ਪੇਮੈਂਟ ਪੈਨਲਟੀ ਦਾ ਉਹਨਾਂ ਨੂੰ ਕੋਈ ਵਰੀ ਕਰਨ ਦੀ ਜ਼ਰੂਰਤ ਨਹੀਂ, ਮੌਰਟਗੇਜ ਨਹੀਂ ਹੈਗੀ। NOCs ਵਗੈਰਾ ਕਿਸੇ ਤਰ੍ਹਾਂ ਦੀਆਂ ਉਹਨਾਂ ਦੇ ਕੋਲ ਜਿਹੜੀਆਂ ਹੋਣੀਆਂ ਚਾਹੀਦੀਆਂ, ਕੁਛ ਇੱਦਾਂ ਦੀ ਚੀਜ਼, ਉਹ ਡਿਫਰੈਂਟ ਅਥਾਰਟੀਜ਼ ਹੈ। ਮੌਰਟਗੇਜ ਨੂੰ ਲੈ ਕੇ ਜਿਹੜੀ ਆ ਉਹ ਸਿਰਫ ਇੱਕ ਲੈਂਡਰ ਵੱਲੋਂ ਜਾਂ ਬੈਂਕ ਵੱਲੋਂ ਆ ਰਿਕੁਆਇਰਮੈਂਟ ਕਿ ਉਹਨੇ ਪ੍ਰੀ ਪੇਮੈਂਟ ਦੇ ਕਿੰਨੇ ਚਾਰਜਿਸ ਆ, ਕਿਉਂਕਿ ਮੌਰਟਗੇਜ ਦੀ ਟਰਮ ਵੀ ਦੇਖੋ ਤੁਸੀਂ, ਉਹਦੀਆਂ ਕੰਡੀਸ਼ਨਸ ਦੇਖੋ, ਫਿਕਸਡ ਹੈ, ਵੇਰੀਏਬਲ ਹੈ ਰੇਟ ਆਫ ਇੰਟਰਸਟ, ਦੈਨ ਉਹ ਓਪਨ ਹੈ, ਕਲੋਜ਼ਡ ਹੈ ਮੌਰਟਗੇਜ, ਕਿਸ ਤਰ੍ਹਾਂ ਦੀ ਮੌਰਟਗੇਜ ਲਿੱਤੀ ਸੀ ਤੁਸੀਂ ਜਦੋਂ ਘਰ ਖਰੀਦਣ ਲੱਗੇ ਸੀ, ਔਰ ਉਹ ਵੇਚਣ ਲੱਗੇ ਨੂੰ ਵੀ ਉਹ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਜੀ। ਨਾਲ ਆਪਣੇ ਜਿਹੜੇ ਲਿਸਨਰ ਹੈ ਸੋਨੀਆ ਜੀ, ਉਹਨਾਂ ਦੇ ਵੀ ਸਵਾਲ ਆਪਣੇ ਨਾਲ ਸ਼ਾਮਲ ਆਪਾਂ ਕਰਨੇ ਆ। ਸੁਖਵਿੰਦਰ ਸਿੱਧੂ ਹੋਣਾ ਦਾ ਸਵਾਲ ਹੈ, ਕਹਿੰਦੇ ਵੀ ਜੇ ਪੇਰੈਂਟਸ ਘਰ ਨੂੰ ਓਨ ਕਰਦੇ ਹੋਣ ਫਿਰ ਕੈਪੀਟਲ ਗੇਨ ਕਿਸ ਤਰ੍ਹਾਂ ਕੰਮ ਕਰਦਾ? ਉਹ ਪੇਰੈਂਟਸ ਵੀ ਸੇਮ ਤਰ੍ਹਾਂ ਨਾਲ ਜੋ ਸੈਲਰ 'ਤੇ ਜੋ ਰਿਕੁਆਇਰਮੈਂਟ ਲੱਗਣੀ ਆ, ਜੋ ਪਰਸਨ ਓਨਰ ਆ ਹੀ ਇਜ਼ ਦ ਰਜਿਸਟਰਡ ਓਨਰ ਜੀ। ਅਤੇ ਜਗਰਾਜ ਸਿੰਘ ਹੋਣਾ ਦਾ ਇੱਕ ਕੁਐਸਚਨ ਹੈ ਜੀ, ਜਿਹੜਾ ਮੈਂ ਸ਼ੇਅਰ ਕਰ ਲਵਾਂ। ਇਹ ਹੈਗਾ ਕਿ ਅਸੀਂ ਬਾਏ ਕਰਨ ਤੋਂ ਬਾਅਦ ਕਿੰਨੇ ਟਾਈਮ ਤੱਕ ਘਰ ਸੇਲ ਕਰ ਸਕਦੇ ਹਾਂ ਕਿ ਪੈਨਲਟੀ ਨਾ ਪਵੇ? ਇਹ ਉਹ ਆਪਾਂ ਯੂਜ਼ ਆਫ ਪ੍ਰੋਪਰਟੀ 'ਤੇ ਹੁਣੇ ਉਹੀ ਗੱਲ ਕਰ ਰਹੇ ਸੀ ਕਿ ਜੇ ਘਰ ਨੂੰ ਤੁਸੀਂ ਹੁਣ ਇੱਕ ਐਂਟੀ ਫਲਿਪਿੰਗ ਰੂਲਸ ਕੱਢਿਆ ਜੀ ਕੈਨੇਡਾ ਨੇ ਇਸ ਸਾਲ 2023 ਦੇ ਵਿੱਚ, ਜਨਵਰੀ 1 ਤੋਂ ਜਿਹੜੇ ਅਪਲਾਈ ਹੁੰਦੇ ਆ ਕਿ ਜੇ ਕੋਈ ਪਰਸਨ ਨੇ ਘਰ ਖਰੀਦਿਆ ਜੀ, ਉਹਨੂੰ 1 ਈਅਰ ਦੇ ਅੰਡਰ ਨਹੀਂ ਸੈਲ ਕਰਨਾ ਤਾਂ ਕਿ ਉਹ ਲੋਕ ਉਸ ਨੂੰ ਐਟਲੀਸਟ 1 ਸਾਲ ਹੋਲਡ ਕਰਨ। ਅਤੇ ਉਹ ਫਲਿਪ ਕਰਨ ਨਾਲ ਮਾਰਕੀਟ ਦੇ ਪ੍ਰਾਈਸਿਸ ਬਹੁਤ ਫਲਕਚੁਏਟ ਹੁੰਦੇ ਆ ਅਤੇ ਫਸਟ ਟਾਈਮ ਬਾਇਰਸ ਨੂੰ ਤਾਂ ਘਰ ਅਫੋਰਡ ਕਰਨਾ ਹੀ ਇੰਪੋਸੀਬਲ ਹੋਇਆ ਵਾ ਜਸਟ ਬਿਕੋਜ਼ ਆਫ ਦੀਜ਼ ਰੀਜ਼ਨਸ ਜੀ। ਬਟ ਹੁਣ ਉਹ ਐਂਟੀ ਫਲਿਪ ਰੂਲਸ ਦੇ ਅੰਡਰ ਉਹਨਾਂ ਨੇ ਟੈਕਸ ਇੰਪਲੀਕੇਸ਼ਨਸ ਹੈਵੀ ਕਰਤੀਆਂ। ਪਹਿਲਾਂ ਹੁੰਦਾ ਸੀ ਪ੍ਰਾਇਮਰੀ ਰੈਜ਼ੀਡੈਂਸੀ ਹੋਮ ਨੂੰ ਲੋਕ ਅੰਡਰ 1 ਈਅਰ ਸ਼ੋ ਕਰਕੇ ਦੇ ਕੁਡ ਫਲਿਪ ਔਰ ਦੇ ਕੁਡ ਸੈਲ। ਹੁਣ ਉਹ ਵੀ ਉਹਨਾਂ ਨੇ ਉਸ ਦੇ ਘੇਰੇ ਵਿੱਚ ਲੈ ਲਿਆ ਕਿ ਜੇ ਤੁਸੀਂ ਪਹਿਲਾਂ ਸੈਲ ਕਰ ਦਿਓ ਤਾਂ ਉਹ ਅੰਡਰ ਐਂਟੀ ਫਲਿਪ ਰੂਲਸ ਚਲਾ ਜਾਏਗਾ। ਓਕੇ। CRA ਉਸ ਚੀਜ਼ ਨੂੰ ਚੈੱਕ ਰੱਖਦੀ ਹੈ। ਤਾਂ ਫਰਸਟ ਜਿਹੜੀ ਚੀਜ਼ ਆਉਂਦੀ ਹੈ ਐਂਟੀ ਫਲਿਪ ਦੇ ਅੰਡਰ, ਕੈਪੀਟਲ ਗੇਨ ਜੀ। ਜਿੰਨੇ ਦਾ ਤੁਸੀਂ ਘਰ ਲਿੱਤਾ, ਫੋਰ ਐਗਜ਼ਾਮਪਲ 1 ਮਿਲੀਅਨ ਦਾ ਘਰ ਲਿੱਤਾ ਅਤੇ ਉਹਨੂੰ ਤੁਸੀਂ 1.1 ਦਾ ਸੈਲ ਕਰ ਰਹੇ ਹੋ ਜੀ, ਉਹ $1,00,000 ਦਾ ਜੋ ਡਿਫਰੈਂਸ ਹੈ ਉਹਦੇ 'ਤੇ 50% ਆਫ ਦਾ 50% ਇਜ਼ ਦਾ ਟੈਕਸ ਕੈਪੀਟਲ ਗੇਨ। ਮਤਲਬ ਜਿੰਨਾ ਤੁਹਾਨੂੰ ਮੁਨਾਫਾ ਹੋਇਆ ਉਹਦੇ 'ਚੋਂ ਅੱਧੇ ਨੂੰ ਕੈਪੀਟਲ ਗੇਨ ਮੰਨਿਆ ਜਾਊਗਾ ਜਿਹਦੇ 'ਤੇ ਟੈਕਸ ਲੱਗੂਗਾ ਅਤੇ ਅੱਧਾ ਤੁਹਾਡਾ ਫ੍ਰੀ ਰਹੇਗਾ। ਹਾਂਜੀ, ਅੱਧੇ 'ਤੇ ਕੈਪੀਟਲ ਗੇਨ ਹੁੰਦਾ
ਤੇ ਉਹਦੇ ਤੇ ਕੈਪੀਟਲ ਗੇਨ ਟੈਕਸ 50% ਆ। ਸੋ $1,00,000 ਤੇ 25,000 ਦਾ ਕੈਪੀਟਲ ਗੇਨ ਟੈਕਸ ਲੱਗ ਜਾਂਦਾ। ਬਿਲਕੁਲ ਸਮਝ ਲੱਗ ਗਈ। ਤਾਂ ਉਹ ਚੀਜ਼ ਨੂੰ ਧਿਆਨ 'ਚ ਰੱਖ ਕੇ ਚਲੋ। ਜਿੱਦਾਂ ਆਪਾਂ ਬਾਹਰ ਹਮੇਸ਼ਾ ਇੱਕ ਲੈ ਕੇ ਮਾਈਂਡ 'ਚ ਚੱਲਦਾ ਕਿ ਲੈਂਡ ਟਰਾਂਸਫਰ ਟੈਕਸ ਪੇ ਕਰਨਾ, ਸੇਮ ਤਰ੍ਹਾਂ ਨਾਲ ਤੁਸੀਂ ਕੈਪੀਟਲ ਗੇਨ ਟੈਕਸ ਨੂੰ ਆਪਣੇ ਮਾਈਂਡ 'ਚ ਰੱਖ ਕੇ ਚੱਲੋ ਅਗਰ ਤੁਸੀਂ ਅੰਡਰ 1 ਈਅਰ ਸੈਲ ਕਰ ਰਹੇ ਹੋ ਘਰ ਨੂੰ ਜੀ। ਔਰ ਉਹਦੇ ਯੂਜ਼ ਹੋਰ ਯੂਜ਼ਸ ਦੀ ਕਹਿ ਲਓ ਟੈਕਨੀਕੈਲਿਟੀਜ਼ ਆ। ਜੇ ਤੁਸੀਂ ਫੋਰ ਐਗਜ਼ਾਮਪਲ ਅਬਵ 1 ਈਅਰ ਵੀ ਰੱਖ ਰਹੇ ਹੋ ਅਤੇ ਉਹਨੂੰ ਤੁਸੀਂ ਰੈਂਟਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਰੱਖਿਆ ਹੋਇਆ, ਸਟਿਲ ਕੈਪੀਟਲ ਗੇਨ ਅਪਲਾਈਜ਼। ਤੇ ਰੂਲ ਫਿਰ ਵੀ ਉਹਦੇ ਤੇ ਉਹੀ ਅੱਧੇ ਦੇ ਉੱਤੇ 50% ਦਾ ਹੀ ਹੈਗਾ। ਹਾਂਜੀ। ਸੋ ਇਹਨੂੰ ਜੇ ਆਪਾਂ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਤਾਂ ਇਹ ਕਹੀਏ ਵੀ ਜਿੰਨਾ ਮੁਨਾਫਾ ਹੋਇਆ ਉਹਦਾ 1/4 ਜਿਹੜਾ ਹੈਗਾ ਉਹ ਤੁਹਾਡਾ ਟੈਕਸ ਬਣਨਾ ਹੈਗਾ। ਹਾਂਜੀ ਜੀ। ਜੇ ਤੁਸੀਂ $1,00,000 ਜਿਹੜਾ ਹੈਗਾ ਜੀ ਉਹਦੇ ਤੇ ਕਮਾਇਆ ਹੈ, ਜੇ $1,00,000 ਤੁਹਾਡਾ ਘਰ ਵਧਿਆ ਹੈਗਾ ਤਾਂ ਉਹਦੇ ਚੋਂ $25,000 ਜਿਹੜਾ ਹੈਗਾ ਉਹ ਤੁਹਾਡਾ ਟੈਕਸ ਬਣੇਗਾ। ਵਧਿਆ ਨਹੀਂ, ਜਿੰਨਾ ਮੁਨਾਫਾ ਕਮਾਇਆ ਜਿੰਨਾ ਤੁਸੀਂ। ਜੀ। ਇੱਕ ਸਵਾਲ ਹੈ ਜੀ ਇੰਦਰਜੀਤ ਸਿੰਘ ਹੋਣਾ ਦਾ, ਮੈਂ ਤੁਹਾਡੇ ਤੋਂ ਨਾਲ ਦੀ ਨਾਲ ਆਪਾਂ ਆਪਣੇ ਇਹਨਾਂ ਦੇ ਸਵਾਲ ਵੀ ਮੇਰੇ ਵਾਸਤੇ ਉਨੇ ਹੀ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਜੀ। ਇਹ ਕਹਿੰਦੇ ਕਿ ਬੱਚਿਆਂ ਦੇ ਨਾਮ when kids name add to our own single primary house, kids are over 18 years old, ਬੱਚਿਆਂ ਦੇ ਨਾਮ ਕਹਿੰਦੇ ਸ਼ਾਇਦ ਉਹ ਇਹ ਪੁੱਛਣਾ ਚਾਹ ਰਿਹਾ ਵੀ ਸਿੰਗਲ ਪ੍ਰਾਇਮਰੀ ਹਾਊਸ 'ਚ ਕਦੋਂ ਐਡ ਕਰ ਸਕਦੇ ਆ? 18 years ਤੋਂ ਬਾਅਦ when they are eligible to enter into a contract। ਓਕੇ। ਜਦੋਂ 18 ਸਾਲ ਤੋਂ ਵੱਧ ਹੋ ਗਏ ਤਾਂ ਉਹ ਕੰਟਰੈਕਟ ਦੇ ਵਿੱਚ ਐਂਟਰ ਹੋ ਸਕਦੇ ਤਾਂ ਉਹ ਐਡ ਹੋ ਸਕਦੇ ਆ। ਹਾਂਜੀ ਜੀ। ਮੈਨੂੰ ਲੱਗਦਾ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲ ਗਿਆ ਹੋਏਗਾ ਜੀ। ਅਤੇ ਅੱਗੇ ਇੱਕ ਸਵਾਲ ਹੋ ਰਿਹਾ ਜੀ, ਆਪਾਂ ਆਪਣੇ ਸਵਾਲ ਅੱਗੇ ਵਧਣ ਤੋਂ ਪਹਿਲਾਂ, if we refinance the property, are we still have to pay capital gain on purchase price difference or pending loan and sale price? ਉਹਦੇ 'ਤੇ ਲੈਂਡ ਟਰਾਂਸਫਰ ਟੈਕਸ ਦੀਆਂ ਇੰਪਲੀਕੇਸ਼ਨਸ ਤੁਸੀਂ ਕੀ ਉਹਦੀ ਕੰਸੀਡਰੇਸ਼ਨ ਰੱਖ ਰਹੇ ਹੋ ਜੇ ਰੀਫਾਈਨੈਂਸਿੰਗ ਕਰਦੇ ਹੋ, ਕਿਹਨਾਂ ਨੂੰ ਰੀਫਾਈਨੈਂਸ ਕਰ ਰਹੇ ਹੋ, ਬਲੱਡ ਰਿਲੇਟਿਵ ਹੈ ਜਾਂ ਨਹੀਂ ਆ, ਉਹ ਟੈਕਨੀਕੈਲਿਟੀਜ਼ ਹੈ। ਜੇ ਬਲੱਡ ਰਿਲੇਟਿਵ ਆ ਤਾਂ ਉਹ ਕੌਣ ਹੈ ਤੁਹਾਡੇ ਰਿਸ਼ਤੇਦਾਰੀ 'ਚ, ਬ੍ਰਦਰ ਹੈ, ਸਿਸਟਰ ਹੈ, ਮੋਮ ਹੈ, ਫਾਦਰ ਹੈ, ਜਿਨ੍ਹਾਂ ਨਾਲ ਵੀ ਤੁਸੀਂ ਟਰਾਂਸਫਰ ਕਰ ਰਹੇ ਹੋ ਉਹਦੀ ਕੰਸੀਡਰੇਸ਼ਨ ਕਿੰਨੀ ਰੱਖ ਰਹੇ ਹੋ। ਜਨਰਲੀ $2 ਦੀ ਕੰਸੀਡਰੇਸ਼ਨ ਰੱਖ ਕੇ ਲੈਂਡ ਟਰਾਂਸਫਰ ਟੈਕਸ ਨਹੀਂ ਅਪਲਾਈ ਹੁੰਦਾ। ਬਟ ਜੇ ਮੌਰਗੇਜ ਹੋਵੇ ਉਹਦੇ ਕੌਨਸੀਕੁਐਂਸਿਸ ਡਿਫਰੈਂਟ ਆ। ਉਹ ਜੇ ਟੈਕਨੀਕੈਲਿਟੀਜ਼ ਨੂੰ ਡੀਟੇਲ 'ਚ ਡਿਸਕਸ ਕਰਨਾ ਤੁਸੀਂ ਡੈਫੀਨੇਟਲੀ ਮੇਰੇ ਆਫਿਸ ਨੂੰ ਕੰਟੈਕਟ ਕਰੋ। ਜਿਹੜੇ ਤੁਹਾਡੇ ਸਪੈਸੀਫਿਕ ਕਾਈਂਡ ਦੇ ਸਵਾਲ ਹੈਗੇ ਆ ਜੀ, ਤੁਹਾਨੂੰ ਨੰਬਰ ਜ਼ਰੂਰ ਸ਼ੇਅਰ ਕਰਾਂਗੇ ਅਸੀਂ ਸੋਨੀਆ ਜੀ ਦਾ। ਤੁਸੀਂ ਇਹਨਾਂ ਨਾਲ ਜਦੋਂ ਮਰਜ਼ੀ ਤੁਸੀਂ ਇਹਨਾਂ ਤੋਂ ਕੰਸਲਟੇਸ਼ਨ ਜਿਹੜੀ ਹੈਗੀ ਆ ਉਹ ਲੈ ਸਕੋਗੇ ਅਤੇ ਤੁਹਾਨੂੰ ਉਹਨਾਂ ਸਵਾਲਾਂ ਦੇ ਜਵਾਬ ਉਹ ਦੇਣਗੇ। ਜੇ ਸਰਵਿਸਿਜ਼ ਚਾਹੀਦੀਆਂ ਹੋਣਗੀਆਂ ਤਾਂ ਜ਼ਰੂਰ ਤੁਸੀਂ ਉਹਨਾਂ ਨਾਲ ਸੰਪਰਕ ਕਰਿਓ। ਮੈਂ ਤੁਹਾਡੇ ਨਾਲ ਨੰਬਰ ਜ਼ਰੂਰ ਸ਼ੇਅਰ ਕਰਾਂਗਾ। ਸੋਨੀਆ ਜੀ, ਆਪਾਂ ਅੱਗੇ ਆਪਣਾ ਸਵਾਲ ਜਿਹੜਾ ਚੱਲ ਰਿਹਾ ਸੀਗਾ, ਆਪਾਂ ਕਈ ਵਾਰ ਗਵਰਨਮੈਂਟ ਤੋਂ ਕਈ ਤਰ੍ਹਾਂ ਦੇ ਬੈਨੀਫਿਟਸ ਲਏ ਹੁੰਦੇ ਆ, HST ਰਿਬੇਟ ਹੋ ਗਿਆ, ਜਿਵੇਂ ਫਸਟ ਟਾਈਮ ਹੋਮ ਬਾਇਰ ਦੀ ਤੁਸੀਂ ਗੱਲ ਕਰ ਰਹੇ ਸੀ। ਹਾਂਜੀ। ਸੋ ਇਹਨਾਂ ਦੇ ਵਾਸਤੇ ਕਿਸ ਤਰ੍ਹਾਂ ਦੀਆਂ ਇੰਪਲੀਕੇਸ਼ਨ ਆ, ਉਦੋਂ ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਜਨਰਲੀ ਜਦੋਂ ਆਪਾਂ ਨਿਊ ਘਰ ਖਰੀਦ ਰਹੇ ਹਾਂ ਆਪਣੇ ਬਿਲਡਰ ਤੋਂ, ਨਿਊ ਕੰਸਟਰਕਸ਼ਨ ਆ ਜੀ, ਤਾਂ ਉਹਦੇ 'ਤੇ 24,000 ਦਾ HST ਰਿਬੇਟ ਲੈਂਦੇ ਆ ਫॉर ਪ੍ਰਾਇਮਰੀ ਆਕੂਪੈਂਸੀ। ਜੇ ਤੁਸੀਂ ਉਹਨੂੰ ਪ੍ਰਾਇਮਰੀ ਆਕੂਪਾਈ ਕਰਕੇ ਅਤੇ ਅੰਡਰ 1 ਈਅਰ ਸੈਲ ਕਰ ਰਹੇ ਹੋ ਤਾਂ ਉਹਦੇ 'ਤੇ ਅਗੇਨ ਐਂਟੀ ਫਲਿਪ ਰੂਲ ਅਪਲਾਈ ਹੋਏਗਾ ਜੀ, ਅਤੇ ਉਹ 24,000 ਦਾ ਜਿਹੜਾ ਰੀਬੇਟ ਆ ਉਹ CRA ਨੂੰ ਰਿਪੀਟ ਕਰਨਾ ਚਾਹੀਦਾ। ਅੱਛਾ, ਉਹ ਵਾਪਸ ਦੇਣਾ ਪਏਗਾ। ਓਕੇ। ਉਹ ਕਿਉਂਕਿ ਤੁਸੀਂ ਘਰ ਨੂੰ ਫॉर ਪ੍ਰਾਇਮਰੀ ਰੈਜ਼ੀਡੈਂਸ ਦਾ ਯੂਜ਼ ਨਹੀਂ ਕਰ ਰਹੇ ਜੀ। ਉਹਦੇ 'ਚ ਕੁਛ ਹੋਰ ਐਕਸੈਪਸ਼ਨਸ ਹੈਗੀਆਂ। ਫੋਰ ਐਗਜ਼ਾਮਪਲ ਜਿਹੜਾ ਓਨਰ ਆ ਹੀ ਐਕਸਪਾਇਰਡ ਜਾਂ ਉਹਦੀ ਡੈਥ ਹੋ ਗਈ ਜਾਂ ਕੁਛ ਇਹੋ ਜਿਹੇ ਕੌਨਸੀਕੁਐਂਸਿਸ, ਦੈਟਸ ਸੈਪਰੇਟ, ਬਟ ਜਨਰਲੀ ਇਟ ਇਜ਼ ਕੰਸੀਡਰਡ ਅੰਡਰ ਦ ਐਂਟੀ ਫਲਿਪ ਰੂਲਸ। ਸੋ ਜੇ ਮਤਲਬ ਕਿਸੇ ਨੂੰ ਸਪੋਜ਼ ਕਰ ਲਓ ਥੋੜ੍ਹਾ ਜਿਹਾ ਫਾਇਦਾ ਦਿਖਦਾ ਹੋਵੇ, ਉਹ ਥੋੜ੍ਹਾ ਜਿਹਾ ਫਾਇਦਾ ਦੇਖਦੇ ਹੋਏ ਜੇ ਉੱਧਰੋਂ ਮਤਲਬ ਫਲਿੱਪ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਇੱਕ ਤਾਂ ਉਹਨੂੰ ਕੈਪੀਟਲ ਗੇਨ ਪੈ ਗਿਆ, ਉਹਦੇ 'ਤੇ ਉਹਨੂੰ ਟੈਕਸ ਪੈ ਗਿਆ, ਦੂਜਾ ਉਹਨੇ ਜਿਹੜਾ ਰਿਬੇਟ ਲਈ ਸੀ ਉਹ ਵੀ ਉਹਨੂੰ ਵਾਪਸ ਕਰਨੀ ਪੈ ਗਈ। ਸੋ ਹੋ ਸਕਦਾ ਉਹਨੂੰ ਉਹਨੇ 'ਚ ਉਹ ਮਹਿੰਗਾ ਪੈ ਜਾਵੇ ਉਹਦੇ ਨਾਲੋਂ, ਮਤਲਬ ਜਿੰਨੇ 'ਚ ਉਹਨੇ ਖਰੀਦਿਆ ਸੀਗਾ ਉਦੋਂ ਘੱਟ 'ਚ ਰਹਿ ਜਾਵੇ। ਹਾਂਜੀ। ਸੋ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦਿੰਦੇ ਆਮ ਲੋਕ। ਹਾਂਜੀ। ਇੱਕ ਹੋਰ ਚੀਜ਼ ਹੈ, ਕਈ ਲੋਕ ਅਸਾਈਨਮੈਂਟ ਦੇ ਘਰ ਨੂੰ ਵੇਚ ਦਿੰਦੇ ਆ ਜੀ। ਨਿਊ ਕੰਸਟਰਕਸ਼ਨ ਬੁੱਕ ਕਰਾਇਆ ਹੁੰਦਾ, ਉਹਨੂੰ ਅੰਡਰ ਅਸਾਈਨਮੈਂਟ ਬਿਨਾਂ ਰਜਿਸਟਰ ਕਰਾਏ ਉਹਨਾਂ ਨੇ ਸੈਲ ਕਰਤਾ, ਐਂਡ ਦੇ ਥਿੰਕ ਦੈਟ CRA will not know। ਉਹਦੇ 'ਤੇ ਟੈਕਸ ਇੰਪਲੀਕੇਸ਼ਨਸ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਜਿੰਨਾ ਤੁਸੀਂ ਮੁਨਾਫਾ ਉਹ 'ਚ ਕੱਢਿਆ, ਜੋ ਉਹਦੇ 'ਚ ਕੈਪੀਟਲ ਗੇਨ ਤੁਸੀਂ ਲਿੱਤਾ ਉਹਦੇ 'ਤੇ ਵੀ ਕੈਪੀਟਲ ਗੇਨ ਟੈਕਸ ਲੱਗੇਗਾ, ਪਲੱਸ HST ਵੀ ਅਪਲਾਈ ਹੋਏਗਾ। ਦੈਟ ਇਜ਼ ਅ ਡਿਫਰੈਂਟ ਕੌਨਸੈਪਟ। ਜਨਰਲੀ ਰੈਜ਼ੀਡੈਂਸ਼ੀਅਲ ਰੀਸੇਲ 'ਤੇ HST ਨਹੀਂ ਲੱਗਦਾ ਜੀ, ਬਟ ਜੇ ਤੁਸੀਂ ਘਰ ਦੀ ਕੋਈ ਮੇਜਰ ਰੈਨੋਵੇਸ਼ਨ ਕੀਤੀ ਆ, ਸਬਸਟੈਂਸ਼ੀਅਲ ਰੈਨੋਵੇਸ਼ਨ ਕੀਤੀ ਆ, ਤਾਂ ਉਹਦੇ 'ਤੇ HST ਅਪਲਾਈ ਹੁੰਦਾ ਜੀ। ਅੱਛਾ, ਇੱਕ ਮੈਨੂੰ ਹੋਰ ਦੱਸੋ ਜੀ, ਆਪਾਂ ਘਰ ਓਨ ਕਰਦੇ ਹਾਂ ਲੇਕਿਨ ਘਰ ਦੇ ਵਿੱਚ ਕੁਛ ਫੈਸਿਲਿਟੀਜ਼ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਓਨ ਨਹੀਂ ਕਰ ਰਹੇ ਹੁੰਦੇ, ਜਿਵੇਂ ਹੌਟ ਵਾਟਰ ਹੋ ਗਿਆ, ਫਰਨੈਸ ਹੋ ਗਈ, ਕਈ ਵਾਰ AC ਵੀ ਹੁੰਦਾ ਜਾਂ ਹੋਰ ਕੁਛ ਇਹੋ ਜਿਹੀਆਂ ਚੀਜ਼ਾਂ ਹੋ ਸਕਦੀਆਂ, ਤੁਹਾਨੂੰ ਇਹਦੇ ਬਾਰੇ 'ਚ ਤਾਂ ਇਹਨਾਂ ਚੀਜ਼ਾਂ ਨੂੰ ਕਿੱਦਾਂ ਟਰੀਟ ਕੀਤਾ ਜਾਂਦਾ ਜੀ? This is very important. Thank you for bringing it into discussion. ਜੀ। ਬਹੁਤ ਲੋਕ ਹੁੰਦੇ ਆ, ਰੈਂਟਲ ਆਈਟਮਸ ਹੁੰਦੀਆਂ ਘਰ 'ਚ, ਜਿੱਦਾਂ ਆਪਣਾ ਹੌਟ ਵਾਟਰ ਟੈਂਕ ਦੀ ਤੁਸੀਂ ਗੱਲ ਕੀਤੀ ਹੈ, ਜਾਂ AC ਹੋ ਗਿਆ, ਫਰਨੈਸ ਹੋ ਗਿਆ,
ਔਰ ਲੋਕ ਇਹ ਚੀਜ਼ਾਂ ਨੂੰ ਕੰਸੀਡਰ ਕਰਨਾ ਭੁੱਲ ਜਾਂਦੇ, ਆਪਣੇ ਰੀਅਲਟਰ ਨੂੰ ਨਹੀਂ ਦੱਸਦੇ ਕਿ ਉੱਥੇ ਉਹ ਰੈਂਟਲ ਆਈਟਮ ਹੈ ਜਾਂ ਨਹੀਂ। ਉਹ MLS 'ਤੇ ਜਾਂ ਫਿਰ ਐਗਰੀਮੈਂਟ 'ਤੇ ਨਹੀਂ ਪਾਇਆ ਉਹਨਾਂ ਨੇ ਜੀ, ਔਰ ਕਲੋਜ਼ਿੰਗ ਦੇ ਟਾਈਮ 'ਤੇ ਉਹ ਪਤਾ ਚੱਲਦਾ ਹੈ ਕਿ ਉਹਦੇ 'ਤੇ ਰੈਂਟਲ ਆਈਟਮ ਹੈ ਜੀ। ਜਿਹੜਾ ਬਾਇਰ ਹੈ ਉਹਨੂੰ ਆਹ ਚੀਜ਼ ਬਾਰੇ ਨਹੀਂ ਪਤਾ ਸੀ, ਤਾਂ ਉਹ ਕਹਿੰਦਾ ਕਿ ਮੈਂ $40-50 ਐਕਸਟਰਾ ਹਰ ਮੰਥ ਕਿਉਂ ਪੇ ਕਰਾਂ, ਮੈਂ ਪਰਚੇਜ਼ ਕਰ ਲਿਆ ਘਰ ਨੂੰ, ਤਾਂ ਉਹਦੇ ਵਿੱਚ ਹੀ ਆ ਸਾਰੀਆਂ ਚੀਜ਼ਾਂ ਇਨਕਲੂਡ ਹੋਣੀਆਂ ਚਾਹੀਦੀਆਂ ਬਿਕੋਜ਼ ਥੀਸ ਵਰ ਨਾਟ ਡਿਸਕਲੋਜ਼ਡ। ਸੋ ਇਹ ਪੁਆਇੰਟ ਆਫ ਕੰਟੈਂਸ਼ਨ ਬਣ ਜਾਂਦਾ ਉਸ ਵੇਲੇ। ਡੈਫੀਨੇਟਲੀ। ਸੋ ਉਸ ਚੀਜ਼ ਨੂੰ ਅਵੋਇਡ ਕਰਨ ਲਈ ਆਪਣੇ ਰੀਅਲਟਰ ਨੂੰ ਜਾਂ ਆਪਣੇ ਏਜੰਟ ਨੂੰ ਜਾਂ ਜਿਹਦੇ ਨਾਲ ਵੀ ਤੁਸੀਂ ਐਗਰੀਮੈਂਟ ਕਰ ਰਹੇ ਹੋ, ਲਾਇਰ ਥਰੂ ਕਰ ਰਹੇ ਹੋ, ਇਨਫੋਰਮ ਦੈਮ ਕਿ ਉਹਦੇ 'ਤੇ ਹੌਟ ਵਾਟਰ ਟੈਂਕ ਰੈਂਟਲ ਹੈ, AC ਰੈਂਟਲ ਹੈ, ਫਰਨੈਸ ਕੋਈ ਰੈਂਟਲ ਹੈ, ਤਾਂ ਉਹ 'ਤੇ ਕਿੰਨਾ ਰੈਂਟ ਜਾਂਦਾ ਹੈ, ਕਿਹੜੀ ਕੰਪਨੀ ਨਾਲ ਹੈ, ਤਾਂ ਕਿ ਉਹ ਜਿਹੜਾ ਨੈਕਸਟ ਬਾਇਰ ਆ ਉਸ ਨੂੰ ਅਜ਼ਿਊਮ ਕਰੇ ਉਸ ਰੈਂਟਲ ਐਗਰੀਮੈਂਟ ਨੂੰ, ਅਤੇ ਉਹਨੂੰ ਪਤਾ ਹੋਵੇ ਕਿ ਮੈਂ ਇੰਨਾ ਅਮਾਊਂਟ ਐਕਸਟਰਾ ਪੇ ਕਰਨਾ ਆਫਟਰ ਪਰਚੇਜ਼ਿੰਗ ਦਾ ਹਾਊਸ। ਬਿਕੋਜ਼ ਹਰ ਕੋਈ ਇੱਥੇ ਕੈਨੇਡਾ 'ਚ ਬਜਟ ਨੂੰ ਲੈ ਕੇ ਚੱਲਦਾ ਜੀ, ਤਾਂ ਅਗਰ ਉਹਨਾਂ ਦੇ ਬਜਟ ਤੋਂ ਐਕਸਟੈਂਡ ਹੁੰਦਾ $40 ਇਜ਼ ਅ ਲੋਟ ਟੂ ਦੈਮ ਮੰਥਲੀ ਜੀ। ਸੋ ਬੈਟਰ ਯੂ ਡਿਸਕਲੋਜ਼ ਦੈਮ ਟੂ ਅਵੋਇਡ ਐਨੀ ਸੋਰਟ ਆਫ ਕੰਪਲੀਕੇਸ਼ਨਸ, ਨਹੀਂ ਤਾਂ ਕਲੋਜ਼ਿੰਗ ਦੇ ਟਾਈਮ 'ਤੇ it can cost you somewhere about $6,000 to $7,000 or after closing it can go into major complications for litigation। ਜੀ ਸੋਨੀਆ ਜੀ, ਅੱਗੇ ਵਧਣ ਤੋਂ ਪਹਿਲਾਂ ਮੈਂ ਇੱਕ ਸਵਾਲ ਆਪਣੇ ਦੋਸਤ ਨੇ ਪਹਿਲਾਂ ਪੁੱਛਿਆ ਸੀ ਆਪਣੇ ਤੋਂ, ਤਜਿੰਦਰ ਜੀ ਨੇ 9145 ਤੋਂ, ਸ਼ਾਇਦ ਉਹਨਾਂ ਦੇ ਸਵਾਲ ਦੀ ਤਸੱਲੀ ਨਹੀਂ ਹੋਈ। ਜੇ ਤੁਹਾਡੇ ਨਾਲ ਗੱਲ ਕਰਨਾ ਚਾਹਣ ਜੀ, ਥੋੜ੍ਹਾ ਜਿਹਾ ਇਹਨਾਂ ਨੂੰ ਗਾਈਡ ਕਰ ਦਿਓ। ਹਾਂਜੀ, ਮੈਨੂੰ ਤੁਸੀਂ ਆਫਿਸ ਕਾਲ ਕਰ ਸਕਦੇ ਹੋ। ਮੈਂ ਫਸਟ 20 ਮਿੰਟਸ ਕੰਸਲਟੇਸ਼ਨ ਮੇਰੀ ਜਨਰਲੀ ਫ੍ਰੀ ਹੁੰਦੀ ਆ, ਤਾਂ ਮੇਰੇ ਆਫਿਸ ਦਾ ਨੰਬਰ। ਤਾਂ ਦੋਸਤੋ, ਤੁਸੀਂ ਸੋਨੀਆ ਜੀ ਨਾਲ, ਤਜਿੰਦਰ ਜੀ ਮੈਂ ਤੁਹਾਨੂੰ ਜਿਹੜਾ ਹੈਗਾ ਸੁਜੈਸਟ ਕਰੂੰਗਾ, ਤੁਹਾਡਾ ਜਿਹੜਾ ਸਪੈਸੀਫਿਕ ਕੁਐਸਚਨ ਹੈ ਤੁਸੀਂ ਇਹਨਾਂ ਨੂੰ, ਉਹ ਕਹਿੰਦੇ ਫ੍ਰੀ ਕੰਸਲਟੇਸ਼ਨ ਤੁਹਾਨੂੰ ਉਹ ਦੇਣਗੇ, ਸਟਾਰਟਿੰਗ ਜਿਹੜੇ 20 ਮਿੰਟਸ ਉਹਨਾਂ ਦੇ ਹੈਗੇ ਆ। ਨੰਬਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਜੀ, 905 671 3456 905 6713456। ਮੈਂ ਤੁਹਾਨੂੰ ਭੇਜ ਵੀ ਦਿਆਂਗਾ। ਸੋ ਆਪਣਾ ਸਮਾਂ ਜਿਹੜਾ ਹੈਗਾ ਜੀ ਉਹ ਸੀਮਤ ਰਹਿੰਦਾ ਜਾਂਦਾ, ਸੋ ਆਪਾਂ ਕੁਝ ਗੱਲਾਂ ਜਿਹੜੀਆਂ ਹੈਗੀਆਂ ਜ਼ਿਆਦਾ ਜ਼ਰੂਰੀ ਆ ਉਹ ਤੁਹਾਡੇ ਨਾਲ ਪਹਿਲਾਂ ਕਲੀਅਰ ਕਰ ਲਈਏ। ਸਿਟੀ ਦੇ ਨਾਲ ਜਿਹੜਾ ਹੈਗਾ ਹਰੇਕ ਰੈਜ਼ੀਡੈਂਸ ਦਾ ਜਿਹੜਾ ਹੈਗਾ ਜੀ ਬੜਾ ਨੇੜੇ ਦਾ ਰਿਸ਼ਤਾ ਰਹਿੰਦਾ, ਦੇਣ ਲੈਣ ਜਿਹੜਾ ਸਿਟੀ ਦੇ ਨਾਲ ਚੱਲਦਾ ਹੀ ਰਹਿੰਦਾ। ਸੋ ਘਰ ਵੇਚਣ ਤੋਂ ਪਹਿਲਾਂ ਕੀ ਸਾਨੂੰ ਸਿਟੀ ਦੇ ਨਾਲ ਵੀ ਕੋਈ ਸੰਪਰਕ ਕਰਨਾ ਚਾਹੀਦਾ? ਇੱਕ ਤਾਂ ਜੀ ਆਪਣੇ ਪ੍ਰੋਪਰਟੀ ਟੈਕਸਿਸ ਆ ਜਿਹੜੇ ਅਪ ਟੂ ਡੇਟ ਹੋਣੇ ਚਾਹੀਦੇ ਆ ਜੀ, ਉਹ ਕੋਈ ਪੈਨਲਟੀਜ਼ ਨਾ ਹੋਵੇ, ਕੋਈ ਵਾਟਰ ਅਰੀਅਰਸ ਵਗੈਰਾ, ਸਾਰੀਆਂ ਚੀਜ਼ਾਂ ਨੂੰ ਕਲੀਅਰ ਰੱਖੋ ਤਾਂ ਬੈਟਰ ਹੈ। ਦੂਸਰਾ ਹੁੰਦਾ ਜੀ ਆਪਣੇ ਵਰਕ ਆਰਡਰਸ ਜਾਂ ਕੋਈ ਆਪਣਾ ਕੋਈ ਸਿਟੀ ਵੱਲੋਂ ਕੋਈ ਨੋਟਿਸ ਆਇਆ ਹੋਵੇ, ਸਮਟਾਈਮਸ ਕੋਈ ਕਾਰਨਰ ਹਾਊਸ ਹੈ ਤਾਂ ਟਰੀ ਲੱਗਾ ਹੁੰਦਾ ਕਈ ਵਾਰ ਆਪਣੇ ਉੱਥੇ ਲੌਂਚ, ਤਾਂ ਇਟ ਹਿੰਡਰਸ ਦ ਬਲਾਈਂਡ ਸਪੌਟ ਜੀ, ਤਾਂ ਉਸ ਚੀਜ਼ ਵਾਸਤੇ ਸਿਟੀ ਵੱਲੋਂ ਬਹੁਤ ਲੋਕਾਂ ਨੂੰ ਕਈ ਵਾਰ ਨੋਟਿਸ ਆਏ ਹੁੰਦੇ ਆ, ਜਾਂ ਬੇਸਮੈਂਟ ਇਲੀਗਲ ਹੁੰਦੇ ਆ, ਦੈਟਸ ਵੈਰੀ ਕਾਮਨ ਇਨ ਬਰੈਂਪਟਨ ਜਾਂ ਇਨ GTA ਜੀ। ਤਾਂ ਉਹਦੇ ਵਾਸਤੇ ਸੈਲਰ ਨੂੰ ਹਮੇਸ਼ਾ ਇਸ ਚੀਜ਼ ਲਈ ਕੌਨਸ਼ੀਅਸ ਰਹਿਣਾ ਚਾਹੀਦਾ ਕਿ ਉਹਨੂੰ ਪੇ ਕਰੇ ਟਾਈਮ 'ਤੇ ਜਾਂ ਉਹਨੂੰ ਕਰੈਕਟ ਕਰਵਾਓ, ਕਿਉਂਕਿ ਜੇ ਉਹ ਚੀਜ਼ ਪਾਸ ਔਨ ਹੁੰਦੀ ਹੈ ਤਾਂ ਉਹ ਜਿਹੜਾ ਨੈਕਸਟ ਬਾਇਰ ਆ ਉਹਨਾਂ ਨੇ ਇੰਸ਼ੋਰੈਂਸ ਲਿੱਤੀ ਹੁੰਦੀ ਆ, ਉਹਨਾਂ ਨੇ ਤੁਹਾਡੇ ਤੋਂ ਕਲੇਮ ਕਰਨਾ। ਹਾਂ, ਮੇਰਾ ਸਵਾਲ ਇਹੀ ਸੀ, ਸਪੋਜ਼ ਕਰ ਲਓ ਕੋਈ ਉਸ ਵੇਲੇ ਡਿਸਕਲੋਜ਼ ਅਗਲਾ ਨਹੀਂ ਕਰਦਾ, ਸਿਟੀ ਨਾਲ ਉਹਨਾਂ ਦੀ ਕੋਈ ਪੈਂਡੈਂਸੀ ਆ, ਟੈਕਸਿਸ ਪੇ ਨਹੀਂ ਕੀਤੇ, ਜਾਂ ਅਸੀਂ ਆਪਾਂ ਜਿਵੇਂ ਗੱਲ ਕਰਦੇ ਹਾਂ ਬੇਸਮੈਂਟ ਇਲੀਗਲ ਆ ਤੇ ਉਹਦਾ ਨੋਟਿਸ ਆਇਆ ਹੋਇਆ, ਉਹ ਕੋਈ ਹਾਈਡ ਕਰ ਜਾਂਦਾ ਤੇ ਅਗਲਾ ਕਹਿੰਦਾ ਮੈਂ ਤਾਂ ਵੇਚਿਆ ਤੇ ਕੰਮ ਨਿਬੜਿਆ, ਆਪਾਂ ਹੁਣ ਵਿਹਲੇ, ਕੀ ਉਹ ਬੰਦਾ ਮਤਲਬ ਵਿਹਲਾ ਹੋ ਜਾਂਦਾ ਵੇਚਣ ਤੋਂ ਬਾਅਦ? ਨਹੀਂ, ਉਹ ਜਿਹੜਾ ਨਵਾਂ ਬਾਇਰ ਹੈ ਉਹਨੇ ਆਪਣੀ ਇੰਸ਼ੋਰੈਂਸ ਲੈਣੀ ਹੈ, ਟਾਈਟਲ ਇੰਸ਼ੋਰੈਂਸ, ਉਹਨੂੰ ਪ੍ਰੋਟੈਕਟ ਕਰਦੀ ਆ ਉਹ। ਬਟ ਜਿਹੜਾ ਸੈਲਰ ਆ ਉਹਦਾ ਕ੍ਰੈਡਿਟ ਇਫੈਕਟ ਹੋਊਗਾ, ਉਹਨੂੰ ਇੰਸ਼ੋਰੈਂਸ ਨੇ ਮਾਰਕ ਕਰ ਲੈਣਾ ਕਿ ਆਹ ਪਰਸਨ ਨੇ ਆਹ ਆਰਡਰ ਨਹੀਂ ਕਲੀਅਰ ਕਰਾਇਆ, ਸਿਟੀ ਤੋਂ ਵਰਕ ਆਰਡਰ ਆਇਆ ਹੋਇਆ, ਕੋਈ ਬੇਸਮੈਂਟ ਦੀ ਕੋਈ ਇਲੀਗੈਲਿਟੀ ਸੀ ਜਾਂ ਕੋਈ ਸਟਰਕਚਰ ਗਲਤ ਖੜਾ ਕੀਤਾ ਹੋਇਆ ਪ੍ਰੋਪਰਟੀ ਦੇ ਵਿੱਚ, ਇੰਸਪੈਕਸ਼ਨ 'ਤੇ ਪਤਾ ਚੱਲਦਾ ਕਿ ਉਹ ਸਹੀ ਨਹੀਂ ਆ, ਤਾਂ ਉਹ ਚੀਜ਼ਾਂ ਨੂੰ ਕਰੈਕਟ ਕਰਾਓ। ਜਾਂ ਫਿਰ ਆਪਣਾ ਤੁਸੀਂ ਹਮੇਸ਼ਾ ਧਿਆਨ 'ਚ ਰੱਖ ਕੇ ਚੱਲੋ ਕਿ ਸਿਟੀ ਤੋਂ ਪਰਮਿਸ਼ਨ ਲੈ ਕੇ ਕੰਸਟਰਕਸ਼ਨ ਕਰਾਓ, ਜੇ ਕੁਛ ਇਹੋ ਜਿਹਾ ਕਰਾਉਣਾ, ਕੋਈ ਮੇਜਰ ਰੈਨੋਵੇਸ਼ਨ ਕਰਾਉਣੀ ਆ, ਕੋਈ ਕੰਸਟਰਕਸ਼ਨ ਕਰਾਉਣੀ ਆ, always get city permit or permission। ਸੋ ਮਤਲਬ ਕਹਿਣ ਦਾ ਇਹ ਹੈ ਕਿ ਜੀ ਵੇਚਣ ਤੋਂ ਪਹਿਲਾਂ ਤੁਹਾਡਾ ਘਰ ਲੀਗਲੀ ਹਰ ਪਾਸਿਓਂ ਸਾਊਂਡ ਹੋਣਾ ਚਾਹੀਦਾ, ਨਹੀਂ ਤਾਂ ਵੇਚਣ ਤੋਂ ਬਾਅਦ ਵੀ ਤੁਸੀਂ ਉਹਦੇ ਤੋਂ ਖਹਿੜਾ ਨਹੀਂ ਛੁਡਾ ਸਕਦੇ। ਕਰੈਕਟ, ਤੁਸੀਂ ਹੀ ਉਹਦੇ ਲਈ ਜ਼ਿੰਮੇਦਾਰ ਠਹਿਰਾਏ ਜਾਓਗੇ। ਹਾਂਜੀ। ਸੋ ਇੱਕ ਕੁਐਸਚਨ ਇਹ ਸੀਗਾ ਜਿਵੇਂ ਸ਼ੁਰੂ 'ਚ ਤੁਸੀਂ ਗੱਲ ਕੀਤੀ ਸੀ ਕਿ ਕਈ ਲੋਕ ਜਿਹੜੇ ਹੈਗੇ ਆ ਉਹ ਵੇਚ ਕੇ ਬਾਹਰ ਜਾ ਰਹੇ ਆ, ਕੋਈ US ਜਾ ਰਿਹਾ, ਕੋਈ ਚਲੋ ਯੂਰਪ ਚਲਾ ਗਿਆ ਜਾਂ ਕਿਤੇ ਵੀ, ਕਈ ਵਾਰ ਹੁੰਦਾ ਮਿਡਲ ਆਫ ਦਾ ਟ੍ਰਾਂਜੈਕਸ਼ਨ ਵੀ ਲੋਕ ਮੂਵ ਕਰ ਜਾਂਦੇ ਆ, ਕਈ ਵਾਰੀ ਹੁੰਦਾ, ਉਸ ਵੇਲੇ ਕਿਹੋ ਜਿਹੀਆਂ ਕੰਪਲੀਕੇਸ਼ਨਸ ਆਉਂਦੀਆਂ ਤੇ ਕੀ ਸੁਜੈਸ਼ਨ ਆ ਤੁਹਾਡੀ? ਉਹ ਜੀ ਜਦੋਂ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਕਰ ਲਿਆ, ਉਹਦੇ 'ਚ ਆਪਾਂ ਐਗਰੀਮੈਂਟ 'ਚ ਇੱਕ ਕਲੌਜ਼ ਹੁੰਦਾ ਕਿ ਦ ਸੈਲਰ ਵਿਲ ਨਾਟ ਬੀ ਨਾਨ ਰੈਜ਼ੀਡੈਂਟ ਐਟ ਦ ਟਾਈਮ ਆਫ ਕਲੋਜ਼ਿੰਗ ਜੀ। ਤੇ ਜੇ ਉਹ ਕਲੋਜ਼ਿੰਗ ਵਾਲੇ ਦਿਨ ਉਹ ਹੈ ਨਹੀਂ ਕੰਟਰੀ ਦੇ ਵਿੱਚ ਤੇ ਉਹ ਪਰਮਾਨੈਂਟਲੀ ਮੂਵ ਆਊਟ ਕਰ ਗਿਆ ਜੀ, ਉਹ ਨਾਨ ਰੈਜ਼ੀਡੈਂਟ ਕੰਸੀਡਰ ਹੋਣਗੇ। ਓਕੇ। ਐਂਡ ਉਹਨਾਂ ਨੂੰ ਇੱਕ ਡੈਕਲੇਰੇਸ਼ਨ ਦੇਣੀ ਪੈਂਦੀ ਹੈ ਕਿ ਅਸੀਂ ਨਾਨ ਰੈਜ਼ੀਡੈਂਟ ਨਹੀਂ ਆ, ਤੇ ਜੇ ਉਹ ਡੈਕਲੇਰੇਸ਼ਨ ਨੂੰ ਡੈਫੀਨੇਟਲੀ ਨੋਬਡੀ ਵਾਂਟਸ ਟੂ ਸੇ ਲਾਈ, ਇਟਸ ਸਵਰਨ ਡੈਕਲੇਰੇਸ਼ਨ। ਤਾਂ ਇਟਸ ਬੈਟਰ ਕਿ ਤੁਸੀਂ ਉਸ ਆਪਣਾ ਟ੍ਰਿਪ ਜੋ ਬਾਹਰ ਜਾਣ ਦਾ ਕੋਈ ਪਲਾਨ ਕਰਨਾ ਤਾਂ ਉਹ ਡੇਟਸ ਨੂੰ ਅਕੋਰਡਿੰਗਲੀ ਧਿਆਨ 'ਚ ਰੱਖੋ। ਇਹ ਨਹੀਂ ਹੈ ਕਿ ਐਗਰੀਮੈਂਟ ਕੀਤਾ ਅਤੇ ਅਸੀਂ ਬਾਹਰ ਚਲੇ ਗਏ, ਉਸ ਤੋਂ ਬਾਅਦ ਜੀ ਔਨਲਾਈਨ ਸਾਈਨ ਕਰਕੇ ਅਸੀਂ ਕੰਪਲੀਟ ਕਰ ਦਾਂਗੇ। ਨਾਨ ਰੈਜ਼ੀਡੈਂਟ ਕਦੋਂ ਮੰਨਿਆ ਜਾਂਦਾ ਜੀ ਬੰਦਾ? ਉਹਦਾ ਕੋਈ ਡਿਊਰੇਸ਼ਨ ਹੈ ਵੀ ਇੰਨੇ ਚਿਰ ਤੋਂ ਬਾਅਦ ਉਹ ਨਾਨ ਰੈਜ਼ੀਡੈਂਟ ਹੋ ਜਾਊਗਾ?
ਨਾਨ ਰੈਜ਼ੀਡੈਂਟ ਪਹਿਲਾਂ ਤਾਂ ਆਪਣਾ ਪਿਛਲੇ ਸਾਲ ਦਾ ਰੈਜ਼ੀਡੈਂਸੀ ਪੀਰੀਅਡ ਚੈੱਕ ਕਰਦੇ ਹਾਂ। 12 ਮਹੀਨਿਆਂ ਦੇ ਵਿੱਚ 183 ਦਿਨ ਤੁਸੀਂ ਹੈਗੇ ਹੋ ਕੈਨੇਡਾ 'ਚ, ਤੁਹਾਡੀ ਜਿਹੜੀ ਇਨਕਮ ਆ ਉਹ ਕਿੱਥੇ ਅਸੈਸ ਹੋ ਰਹੀ ਹੈ ਫॉर tax purposes. Right. Residency requirements are under Income Tax Act, not under citizenship or anything else. Okay. You can be citizen of Canada, but you still can be non-resident. Okay. So ਇਹ ਚੀਜ਼ ਨੂੰ ਧਿਆਨ 'ਚ ਰੱਖਣਾ ਕਿ ਤੁਹਾਡੇ ਉਹ ਰੈਜ਼ੀਡੈਂਸੀ ਪੀਰੀਅਡ ਹੈ ਜਿਹੜਾ ਟੈਕਸੇਸ਼ਨ ਦੇ ਅੰਡਰ ਉਹ ਕਵਰ ਹੁੰਦਾ ਜਾਂ ਨਹੀਂ ਹੁੰਦਾ। Right. ਐਂਡ ਅਗਰ ਤੁਸੀਂ ਐਗਰੀਮੈਂਟ ਕਰਕੇ ਤੁਸੀਂ ਜਿਹੜੇ ਫਿਊਚਰ ਦੇ ਵਿੱਚ ਤੁਸੀਂ ਫॉर ਐਗਜ਼ਾਮਪਲ ਯੂ ਡੂ ਨਾਟ ਹੈਵ ਐਨੀ ਮੇਜਰ ਟਾਈਜ਼ ਇਨ ਕੈਨੇਡਾ ਨਾਓ ਐਂਡ ਯੂ ਵੈਂਟ ਆਊਟ ਕਲੋਜ਼ਿੰਗ ਤੋਂ ਪਹਿਲਾਂ ਤੁਸੀਂ ਚਲੇ ਗਏ ਜੀ, ਪਿਛਲੇ ਉਹ ਕਹਿੰਦੇ ਕਿ ਅਸੀਂ ਪਿਛਲੇ 12 ਮਹੀਨੇ ਤਾਂ ਸੀਗੇ ਇੱਥੇ। ਨੋ, ਤੁਹਾਡੇ ਮੇਜਰ ਟਾਈਜ਼ ਹੋਣੇ ਚਾਹੀਦੇ ਕੈਨੇਡਾ 'ਚ ਜੀ। ਇਫ ਯੂ ਆਰ ਮੂਵਿੰਗ ਆਊਟ ਪਰਮਾਨੈਂਟਲੀ ਤੁਸੀਂ ਆਪਣਾ CRA ਤੋਂ ਇੱਕ ਕਲੀਅਰੈਂਸ ਸਰਟੀਫਿਕੇਟ ਲੈ ਕੇ ਰੱਖੋ ਹਮੇਸ਼ਾ, ਤਾਂ ਕਿ ਉਹ ਕਲੋਜ਼ਿੰਗ ਦੇ ਟਾਈਮ 'ਤੇ ਦਿੱਕਤ ਨਾ ਆਵੇ ਔਰ ਜਿੰਨਾ ਟੈਕਸ ਡਿਊ ਹੈ ਉਹਨੂੰ ਡਾਇਰੈਕਟਲੀ ਰਿਮਿਟ ਕੀਤਾ ਜਾਵੇ ਫਰੋਮ ਦਾ ਸੇਲ ਪ੍ਰੋਸੀਡਸ ਜੀ। ਸੋ ਦੋਸਤੋ ਸਵਾਲ ਹਲੇ ਬਹੁਤ ਨੇ, ਕਿਉਂਕਿ ਮੈਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਵਿਸ਼ਾ ਬਹੁਤ ਵਿਸ਼ਾਲ ਹੈ ਜਿਹੜਾ ਰੀਅਲ ਅਸਟੇਟ ਦਾ, ਪਰ ਆਪਣੇ ਕੋਲੇ ਜੋ ਹੈ ਉਹ ਸਮਾਂ ਸੀਮਤ, ਸੋ ਇਸ ਕਰਕੇ ਆਪਾਂ ਇਹਨੂੰ ਅੱਗੇ ਨਹੀਂ ਕੰਟੀਨਿਊ ਕਰ ਪਾਵਾਂਗੇ। ਤੁਹਾਡੇ ਵੀ ਕਾਫੀ ਸਾਰੇ ਸਵਾਲ ਜਿਹੜੇ ਹੈਗੇ ਉਹਨਾਂ ਦੇ ਜਵਾਬ ਦੇਣੇ ਬਾਕੀ ਰਹਿ ਗਏ ਨੇ। ਨੰਬਰ ਸੋਨੀਆ ਜੀ ਦਾ ਤੁਹਾਡੇ ਨਾਲ ਇੱਕ ਵਾਰ ਫਿਰ ਸ਼ੇਅਰ ਕਰ ਦਿੰਦੇ ਹਾਂ ਜੀ, 905 671 3456 905 671 3456। ਜੇ ਤੁਸੀਂ ਨਹੀਂ ਨੋਟ ਕਰ ਸਕੇ ਹੋ, ਡਰਾਈਵ ਕਰ ਰਹੇ ਹੋ, ਤਾਂ ਬਿਲਕੁਲ ਤੁਸੀਂ ਇਸ ਵੇਲੇ ਫਿਕਰ ਨਹੀਂ ਕਰਨੀ, ਇਹ ਨੰਬਰ ਤੁਹਾਨੂੰ ਬਾਅਦ ਦੇ ਵਿੱਚ ਵੀ ਪ੍ਰੋਵਾਈਡ ਹੋ ਜਾਏਗਾ। ਸੋਨੀਆ ਜੀ, ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਤੁਹਾਡੇ ਕੋਈ ਕਲੋਜ਼ਿੰਗ ਕਮੈਂਟਸ, ਕੋਈ ਅਪਡੇਟ ਜਿਹੜਾ ਤੁਸੀਂ ਆਪਣੇ ਲਿਸਨਰਸ ਦੇ ਨਾਲ ਸਾਂਝਾ ਕਰਨਾ ਚਾਹੋ? ਹਾਂਜੀ, ਇੱਕ ਅੱਜ ਨਵਾਂ ਐਕਟ ਆਇਆ ਆਪਣਾ ਟਰਸਟ ਇਨ ਰੀਅਲ ਐਸਟੇਟ ਸਰਵਿਸਿਜ਼ ਐਕਟ। ਬਹੁਤ ਸਾਰੇ ਲੋਕ ਡਿਸਟਰਬਡ ਹੈ ਡਿਊ ਟੂ ਅਨਪ੍ਰੋਫੈਸ਼ਨਲ ਸਰਵਿਸਿਜ਼ ਬਾਈ ਸਮ ਏਜੰਟਸ ਜੀ, ਜਿਨ੍ਹਾਂ ਕਰਕੇ ਉਹਨਾਂ ਨੂੰ ਕਲੋਜ਼ਿੰਗ ਟਾਈਮ ਕੰਪਲਿਕੇਸ਼ਨਸ ਆਉਂਦੀਆਂ ਜੀ। ਤਾਂ ਉਸ ਚੀਜ਼ ਨੂੰ ਉਹਨਾਂ ਨੇ ਕਹਿ ਲਓ ਸਖਤ ਤਰੀਕੇ ਨਾਲ ਟਰੀਟ ਕਰਨ ਲਈ ਰੀਕੋ ਨੇ ਇੱਕ ਨਵਾਂ ਐਕਟ ਕੱਢਿਆ, ਜਿਹਦੇ 'ਚ ਉਹ ਜਿਹੜਾ ਏਜੰਟ ਦਾ ਲਾਇਸੈਂਸ ਹੈ ਉਹਦਾ ਇੱਕ ਪ੍ਰੋਪਰ ਡਿਸਪਲਿਨਰੀ ਐਕਸ਼ਨ ਲੈਣ ਵਾਸਤੇ, ਕਿਉਂਕਿ ਬਹੁਤ ਵਾਰ ਹੁੰਦਾ ਲੋਕ ਕੰਪਲੇਂਟ ਕਰ ਦਿੰਦੇ ਆ, ਉਸ 'ਤੇ ਕੋਈ ਸੁਣਵਾਈ ਨਹੀਂ ਹੁੰਦੀ ਜਾਂ ਕੁਛ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ। ਉਹ ਇੱਕ ਡਿਸਪਲਿਨਰੀ ਕਮੇਟੀ ਨੇ ਉਸ ਚੀਜ਼ ਨੂੰ ਧਿਆਨ ਨਾਲ ਹੁਣ ਉਹ ਪੂਰੀ ਕੰਪਲੇਂਟ ਨੂੰ ਅਸੈਸ ਕਰਨਗੇ, ਐਨਾਲਾਈਜ਼ ਕਰਨਗੇ। ਸੋ ਟਰੀਸਾ ਉਹਦੀ ਸ਼ਾਰਟ ਫਾਰਮ ਹੈ, TRESA, ਟਰਸਟ ਇਨ ਰੀਅਲ ਐਸਟੇਟ ਸਰਵਿਸਿਜ਼ ਐਕਟ ਜੀ। ਸੋ ਦੋਸਤੋ, ਜਿਵੇਂ ਪਹਿਲਾਂ ਕਿਰਾਏਦਾਰਾਂ ਦੇ ਜਿਹੜੇ ਝਗੜੇ ਨਿਬੇੜਨ ਵਾਸਤੇ ਇੱਕ ਆਪਣੇ ਕੋਲੇ ਟੈਨੈਂਟ ਬੋਰਡ ਆ, ਉਸ ਤਰ੍ਹਾਂ ਦਾ ਇੱਕ ਨਵਾਂ ਜਿਹੜਾ ਹੈਗਾ ਉਹ ਐਕਟ ਆਇਆ, ਉਹਦੇ ਨਾਲ ਇੱਕ ਨਵਾਂ ਸੈਟਅਪ ਆਇਆ, ਸਿਸਟਮ ਆਇਆ, ਜਿਹਦੇ ਨਾਲ ਜੇ ਤੁਹਾਨੂੰ ਰੀਅਲ ਐਸਟੇਟ ਦੇ ਜਿਹੜੇ ਏਜੰਟਸ ਆ ਜੋ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਆ, ਉੱਥੇ ਕਿਸੇ ਤਰ੍ਹਾਂ ਦੀਆਂ ਸਮੱਸਿਆਵਾਂ, ਕਿਸੇ ਤਰ੍ਹਾਂ ਦੀ ਕੋਈ ਕੰਪਲਿਕੇਸ਼ਨ ਜਾਂ ਤੁਹਾਡੀ ਸੈਟਿਸਫੈਕਸ਼ਨ ਨਹੀਂ ਸੇਵਾਵਾਂ ਤੋਂ, ਤਾਂ ਤੁਸੀਂ ਉਹਦੇ ਵਾਸਤੇ ਅਪੀਲ ਕਰ ਸਕਦੇ ਹੋ ਅਤੇ ਉੱਥੇ ਤੁਹਾਨੂੰ ਉਹਦੇ ਤੇ ਰਿਲੀਫ ਮਿਲੇਗਾ। ਸੋਨੀਆ ਜੀ, ਅੱਜ ਇਹਨਾਂ ਸਾਰੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨ ਵਾਸਤੇ, ਸਮਾਂ ਕੱਢਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ। ਮੈਨੂੰ ਵੀ ਚੰਗਾ ਲੱਗਦਾ ਜਦੋਂ ਆਪਾਂ ਨਵੇਂ ਟੌਪਿਕ ਲੈ ਕੇ ਆਉਂਦੇ ਹਾਂ ਅਤੇ ਲੋਕਾਂ ਨੂੰ ਐਜੂਕੇਟ ਕਰਦੇ ਹਾਂ ਉਸ ਬਾਰੇ ਜੀ, ਅਤੇ ਉਹ ਕੋਈ ਮੇਜਰ ਕੰਪਲਿਕੇਸ਼ਨਸ ਆਉਣ ਤੋਂ ਬਚਦਾ, ਕੋਈ ਲਿਟੀਗੇਸ਼ਨ ਤੋਂ ਬਚਦਾ। ਇਟਸ ਬੈਟਰ ਕਿ ਆਪਾਂ ਪਹਿਲਾਂ ਹੀ ਉਸ ਚੀਜ਼ ਨੂੰ ਧਿਆਨ ਨਾਲ ਸਮਝੀਏ ਅਤੇ ਕੋਈ ਗਲਤੀਆਂ ਕਰਨ ਤੋਂ ਬਚੀਏ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਥੈਂਕ ਯੂ ਸੋ ਮਚ।